ਜਿਹੜਾ ਸਰਪੰਚ ਲਖਬੀਰ ਸਿੰਘ ਮੀਰਪੁਰ ਦਾ ਹੈਗਾ ਉਸ ਵੱਲੋਂ ਬਾਰ-ਬਾਰ ਇੱਕ ਚੀਜ਼ ਆਡੀਓ ਵਾਇਰਲ ਕੀਤੀ ਜਾ ਰਹੀ ਹੈ ਤੇ ਇਹ ਦੋਸ਼ ਲਗਾਇਆ ਜਾ ਰਿਹਾ ਕਿ ਮੇਰੇ ਵੱਲੋਂ ਜਾਂ ਪੰਚਾਇਤ ਸਕੱਤਰ ਵੱਲੋਂ ਉਹ ਤੋਂ 20,000 ਰੁਪਏ ਦੀ ਰਿਸ਼ਵਤ ਲਈ ਗਈ ਹੈ। ਉਸ ਬੰਦੀ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਆਡੀਓ ਹੁਣ ਵਾਇਰਲ ਕਰ ਰਿਹਾ ਉਹ ਆਡੀਓ ਇਹਦੇ ਕੋਲ ਬੇਸਿਕਲੀ ਇਹਦੇ ਵੱਲੋਂ ਐਡਿਟ ਕਰਕੇ ਵਾਇਰਲ ਕੀਤੀ ਜਾ ਰਹੀ ਹੈ, ਜਦਕਿ ਇਹ ਜਿਹੜੀ ਅਸਲ ਆਡੀਓ ਹੈ ਉਹ ਪੇਸ਼ ਨਹੀਂ ਕਰ ਰਿਹਾ, ਜੋ ਕਿ ਇਸ ਵੱਲੋਂ ਪਹਿਲਾਂ ਹੀ ਕੰਪਲੇਂਟ ਜਿਹੜੀ ਹੈ ਸੀਐਮ ਸਾਹਿਬ ਦੇ ਪੋਰਟਲ ਤੇ ਕੀਤੀ ਗਈ ਸੀ, ਜਿਹਦੀ ਇਨਕੁਆਇਰੀ ਆਲਰੇਡੀ ਵਿਜੀਲੈਂਸ ਡਿਪਾਰਟਮੈਂਟ ਕਰ ਚੁੱਕਾ ਵਾ। ਉਹਦੇ ਵਿੱਚ ਜਿਹੜਾ ਵੀ ਪੱਖ ਸਾਡੇ ਡਿਪਾਰਟਮੈਂਟ ਨੂੰ ਰੱਖਣਾ ਸੀ ਰੱਖਿਆ ਕਿ ਇਹ ਕਿਸ ਚੀਜ਼ ਦੇ ਪੈਸੇ, ਵਕੀਲ ਦੀ ਫੀਸ ਦੇ ਪੈਸੇ ਸੀ ਤੇ ਵਕੀਲ ਦੀ ਪੇਮੈਂਟ ਦੀ ਫੀਸ ਦੀਆਂ ਰਸੀਦਾਂ ਵਗੈਰਾ ਜੋ ਸੈਕਟਰੀ ਸਾਹਿਬ ਵੱਲੋਂ ਸਾਰੀਆਂ ਪੇਸ਼ ਕੀਤੀਆਂ ਗਈਆਂ ਉੱਥੇ, ਉਹ ਇਨਕੁਆਇਰੀ ਆਲਰੇਡੀ 100% ਵਿਜੀਲੈਂਸ ਕਰ ਚੁੱਕਿਆ। ਬਟ ਇਹ ਉਸ ਆਡੀਓ ਨੂੰ ਐਡਿਟ ਕਰਕੇ ਧਮਕਾਉਣ ਕਰਕੇ, ਕਿਉਂਕਿ ਮੈਂ ਹੋਰ ਵੀ ਦੱਸਣਾ ਚਾਹੁੰਦਾ ਕਿ ਆਲਰੇਡੀ ਮੈਂ ਇਹਦੇ ਖਿਲਾਫ ਕੁਛ ਪਿੰਡ ਵਾਸੀਆਂ ਦੀਆਂ ਕੰਪਲੇਂਟ ਸੀਗੀਆਂ ਜਿਹਦੀਆਂ ਇਨਕੁਆਇਰੀਆਂ ਕੀਤੀਆਂ। ਸਭ ਤੋਂ ਪਹਿਲੀ ਇਨਕੁਆਇਰੀ ਮੈਂ ਅੱਜ ਤੋਂ 3 ਜਾਂ 4 ਮਹੀਨੇ ਪਹਿਲਾਂ ਕਰਦਾ ਇਹਦੇ ਖਿਲਾਫ। ਇਹ ਵਾਲੀ ਇਹ ਇਨਕੁਆਇਰੀ ਕੈਟਲ ਸ਼ੈਡਾਂ ਦੀ ਹੈ। ਕੈਟਲ ਸ਼ੈਡਾਂ ਦੀ ਇਨਕੁਆਇਰੀ ਦੇ ਵਿੱਚ ਇਹ ਆਪਣੇ ਖਾਸ ਬੰਦਿਆਂ ਨੂੰ ਗਲਤ ਬੈਨੀਫਿਟ ਦੇ ਕੇ, ਔਰ ਇੱਥੋਂ ਤੱਕ ਹੈਰਾਨੀ ਦੀ ਗੱਲ ਕਿ ਇਹਨੇ ਆਪਣੀ ਭੈਣ ਦੇ ਨਾਂ ਤੇ ਸਿਸਟਰ ਦੇ ਨਾਂ ਤੇ ਵੀ ਕੈਟਲ ਸ਼ੈਡ ਨਜਾਇਜ਼ ਪਾ ਕੇ 1.5 ਲੱਖ ਰੁਪਏ ਦਾ ਗਬਨ ਕੀਤਾ ਤੇ ਕਰਵਾਇਆ। ਪਹਿਲੀ ਇਨਕੁਆਇਰੀ ਇਹਦੇ ਖਿਲਾਫ ਇਹ ਕਰਦਾ। ਉਸ ਤੋਂ ਬਾਅਦ ਜਿਹੜੀ ਦੂਸਰੀ ਇਨਕੁਆਇਰੀ ਹੈ, ਮਾਨਯੋਗ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਪਿੰਡ ਦੇ ਕੁਝ ਨਜਾਇਜ਼ ਕਬਜ਼ੇ ਸੀਗੇ, ਉਹਨਾਂ ਦੇ ਖਿਲਾਫ ਅਸੀਂ ਕਬਜ਼ਾ ਲੈਣ ਗਏ। ਉੱਥੇ ਜਾ ਕੇ ਪਾਇਆ ਇਹ ਗਿਆ ਕਿ ਇਸ ਬੰਦੇ ਨੇ ਜਿਹੜਾ ਉਹ 1 ਨੰਬਰ ਹੈ ਨਜਾਇਜ਼ ਕਬਜ਼ੇ ਦਾ, ਉਹਦੇ ਵਿੱਚ ਇਹਨੇ ਕੀ ਕੀਤਾ, ਸਿਰਫ ਜਿਹੜੇ ਤੇ ਆਪੋਜੀਸ਼ਨ ਪਾਰਟੀ ਦੇ ਬੰਦੇ ਸੀ ਉਹਨਾਂ ਦੇ ਖਿਲਾਫ ਤਾਂ ਕੇਸ ਦਾਇਰ ਕਰਾਤੇ, ਜਿਹੜੇ ਤੇ ਆਪਣੀ ਪਾਰਟੀ ਦੇ ਬੰਦੇ ਸੀ 6 ਬੰਦੇ ਸੀਗੇ ਜਿਹੜੇ ਨਿਸ਼ਾਨਦੇਹੀ ਦੇ ਵਿੱਚ ਨਜਾਇਜ਼ ਕਬਜ਼ ਹੋਇਆ ਸੀ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਅਸੀਂ ਇਹਨੂੰ 3 ਵਾਰੀ ਨੋਟਿਸ ਕੀਤਾ, ਨੋਟਿਸ ਦੇਣ ਤੋਂ ਬਾਰ-ਬਾਰ ਕਿਹਾ ਕਿ ਇਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏ, ਪਰ ਇਹਨੇ ਕੋਈ ਕਾਰਵਾਈ ਨਹੀਂ ਕੀਤੀ। ਫਿਰ ਮੈਂ ਸੈਕਿੰਡ ਇਨਕੁਆਇਰੀ ਜੋ ਕਰਕੇ ਡਾਕਟਰ ਸਾਹਿਬ ਨੂੰ ਭੇਜਦਾ, ਜਿਹਦੇ 'ਚ ਇਹਦੀ ਨਜਾਇਜ਼ ਕਬਜ਼ਾ ਨਾਲ ਮਿਲੀ ਭੁਗਤ ਹੋਣ ਕਾਰਨ ਮੁਅੱਤਲ ਕਰਨ ਸੰਬੰਧੀ ਮੇਰੇ ਵੱਲੋਂ ਲਿਖਿਆ ਜਾਂਦਾ, ਤੇ ਅਸੀਂ ਫਿਰ ਉਸ ਪਿੰਡ ਪ੍ਰਬੰਧਕ ਲਗਾ ਕੇ ਉਹ 6 ਬੰਦਿਆਂ ਦੇ ਖਿਲਾਫ ਕਾਰਵਾਈ ਕੀਤੀ। 6 ਬੰਦਿਆਂ ਦੇ ਖਿਲਾਫ ਅਸੀਂ ਕੋਰਟ ਕੇਸ ਪਾਏ। ਪਲੱਸ ਇਸ ਤੋਂ ਇਲਾਵਾ ਸਾਡੀ ਸੰਮਤੀ ਦੀ ਤਨਖਾਹਾਂ ਦਾ 1 ਲੱਖ ਰੁਪਏ ਹੁੰਦਾ, ਇਹ ਸਾਨੂੰ ਇਸ ਗੱਲ ਤੇ ਬਲੈਕਮੇਲ ਕਰ ਰਿਹਾ ਸੀ। ਉਹ ਪੈਸੇ ਮੈਂ ਨਹੀਂ ਦੇਣੇ, ਉਹ ਪੈਸੇ ਮੇਰੇ ਕੋਈ ਨਿੱਜੀ ਖਰਚ ਹੋਇਆ ਕਢਾਣੇ। ਅਸੀਂ ਫਿਰ ਉਹ ਪ੍ਰਬੰਧਕ ਲਾ ਕੇ ਉਹ ਪੈਸੇ ਰਿਕਿਊਬ ਕਰਕੇ ਸੰਮਤੀ ਦੇ ਖਾਤੇ 'ਚ ਜਮ੍ਹਾਂ ਕਰਾਏ। ਇਸ ਤੋਂ ਫਰਦਰ ਇਹਨੇ ਜਦੋਂ ਦੇਖਿਆ ਕਿ ਨਾਲ ਜੋ ਇਨਕੁਆਇਰੀ ਦੇ ਵਿੱਚ ਸਾਡੇ ਹੋਰ ਤੱਥ ਕੋ ਸਾਹਮਣੇ ਆਏ, ਜਦੋਂ ਮੈਂ ਇਨਕੁਆਇਰੀ ਹੋਰ ਖੋਲ੍ਹੀ ਤਾਂ ਇਹਨੇ ਦੇਖਿਆ ਕਿ ਇਹ ਤਾਂ ਸਾਰਾ ਹੀ ਖਿਲਾਰਾ ਖਿਲਿਆ। ਇਹਨੇ ਮੈਨੂੰ ਡਰਾਉਣ ਧਮਕਾਉਣ ਵਾਸਤੇ ਇਹਦੇ ਵੱਲੋਂ ਮੈਨੂੰ ਡਰਾਇਆ ਧਮਕਾਇਆ ਗਿਆ। ਫੇਸਬੁੱਕ 'ਤੇ ਮੇਰੇ ਖਿਲਾਫ ਗਲਤ ਪੋਸਟਾਂ ਡਰਾਉਣ ਵਾਲੀਆਂ ਜਾਂ ਮੇਰੇ ਅਗੇਂਸਟ ਪੋਸਟਾਂ ਪਾਈਆਂ। ਫਿਰ ਇਹਨੇ ਆਡੀਓ ਵਾਇਰਲ ਕਰਕੇ ਮਾਨਯੋਗ ਸਾਡੇ ਮੰਤਰੀ ਸਾਹਿਬ ਨੂੰ ਵੀ ਇਹਨੇ ਇੱਕ ਕੰਪਲੇਂਟ ਮੇਰੇ ਖਿਲਾਫ ਕੀਤੀ ਕਿ ਮੇਰੇ ਵੱਲੋਂ ਉਹਨਾਂ ਦੇ ਨਾਂ 'ਤੇ ਪੈਸੇ ਲਏ ਜਾਂਦੇ, ਔਰ ਜੋ ਕਿ ਬਹੁਤ ਗਲਤ ਕੰਪਲੇਂਟ ਸੀ, ਜਿਹਦੀ ਇਨਕੁਆਇਰੀ ਡਿਮਾਂਡ DDPO ਸਾਹਿਬ ਕੋਲ ਮੰਤਰੀ ਸਾਹਿਬ ਨੇ ਲਾਈ, ਜਿਹਦੇ 'ਚ ਮੈਂ ਆਪਣਾ ਸਾਰਾ ਤੱਥ ਆਪਣੇ ਬਿਆਨ ਸਾਰੇ ਪੇਸ਼ ਕਰਕੇ ਆਇਆ ਵਾਂ। ਔਰ ਇਸ ਸੰਬੰਧੀ DDPO ਸਾਹਿਬ ਨੇ ਸ਼ਾਇਦ ਇਨਕੁਆਇਰੀ ਅੱਜ ਕਰਕੇ ਉੱਪਰ ਭੇਜ ਵੀ ਦਿੱਤੀ ਹੋਏਗੀ। ਇਸ ਤੋਂ ਇਲਾਵਾ ਮੈਂ ਤੁਹਾਨੂੰ ਹੋਰ ਅੱਗੇ ਦੱਸਦਾ ਜੀ, ਇਸ ਬੰਦੇ ਵੱਲੋਂ ਮੈਨੂੰ ਹੁਣ ਆਪਣੇ ਕਿਸੇ ਸੱਜਣਾ ਮਿੱਤਰਾਂ ਥਰੂ ਇੱਕ ਮੈਸੇਜ ਮਿਲਿਆ ਕਿ ਮੈਂ ਜੇ ਨਾ ਵੀਡੀਓ ਮੁੜਿਆ ਤੇ ਮੈਂ ਇਹਦੇ ਖਿਲਾਫ SC ਐਕਟ ਦਾ ਪਰਚਾ ਵੀ ਦਰਜ ਕਰਾਵਾਂਗਾ। ਇਸ ਸੰਬੰਧੀ ਮੈਂ ਤੁਹਾਡੇ ਧਿਆਨ 'ਚ ਦੇਣਾ ਚਾਹੁੰਦਾ, ਪਿੰਡ ਦਾ ਸਰਪੰਚ ਹੋਣ ਦੇ ਬਾਵਜੂਦ ਇਸ ਬੰਦੇ ਵੱਲੋਂ ਪਿਛਲੇ ਸਾਲਾਂ ਵਿੱਚ 16 ਬੰਦਿਆਂ ਦੇ ਖਿਲਾਫ SC ਐਕਟ ਦੇ ਪਰਚੇ ਦਰਜ ਕਰਾਏ ਹੈ। ਸੋ ਮੈਨੂੰ ਵੀ ਇਹ ਡਰ ਹੈ, ਖਦਸ਼ਾ ਹੈ ਕਿ ਮੇਰੇ ਨਾਲ ਇਹ ਆਪਣੀ ਇਨਕੁਆਇਰੀ ਬੰਦ ਕਰਾਉਣ ਕਰਕੇ, ਮੇਰੇ ਨਾਲ ਨਜਾਇਜ਼ ਕਰਕੇ ਇਹ SC ਐਕਟ ਦਾ ਪਰਚਾ ਵੀ ਦਰਜ ਕਰਾਇਆ। ਪਰ ਮੈਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈਗਾ। ਮੈਂ ਫਰਦਰ ਇਹਦੀ ਇਨਕੁਆਇਰੀ ਕਰ ਰਿਹਾ ਤੇ ਕਰਾਂਗਾ ਜ਼ਰੂਰ। ਔਰ ਲੇਟੈਸਟ ਜੋ ਇਨਕੁਆਇਰੀ 'ਚ ਤੱਥ ਸਾਡੇ ਸਾਹਮਣੇ ਆਏ ਹੈ, ਆ ਇੱਕ ਲਿਸਟ ਤੁਹਾਨੂੰ ਮੈਂ ਪੇਸ਼ ਕਰ ਰਿਹਾ ਕਿ ਇਸ ਬੰਦੇ ਨੇ ਆਪਣੇ ਕਾਰਜਕਾਲ ਵਿੱਚ 3 ਲੱਖ ਰੁਪਏ ਵਕੀਲਾਂ ਦੀਆਂ ਫੀਸਾਂ ਕਢਵਾਈਆਂ, ਜਦੋਂ ਕਿ ਸਰਕਾਰੀ ਰੇਟ ਮੁਤਾਬਕ ਇਹਨਾਂ ਕੇਸਾਂ ਦੀ ਫੀਸ 70,000 ਤੋਂ ਵੱਧ ਨਹੀਂ ਬਣਦੀ। 70,000 ਤੋਂ ਨਹੀਂ ਬਣਦੀ, 2.25 ਲੱਖ ਦੇ ਕਰੀਬ ਇਹ ਸਿੱਧਾ ਹੀ ਗਬਨ ਸਾਹਮਣੇ ਆਇਆ। ਇਸ ਤੋਂ ਇਲਾਵਾ ਜਦੋਂ ਅਸੀਂ ਹੋਰ ਡਿਟੇਲ 'ਚ ਦੇਖਿਆ ਤਾਂ ਇਸ ਵੱਲੋਂ ਛੱਪੜ ਦੇ ਕੰਮ ਕਰਵਾ ਕੇ ਖਰਚੇ ਬਹੁਤ ਨਿਹਾਇਤ ਬੁੱਕ ਕੀਤੇ ਹੋਏ ਸੀ। ਜਿਸ ਸੰਬੰਧੀ ਮੈਂ ਆਪਣੀ ਮੇਜਰਮੈਂਟ ਬੁੱਕ ਚੈੱਕ ਕੀਤੀ, ਉਹਦੇ 'ਚ ਕੋਈ ਐਂਟਰੀ ਨਹੀਂ ਹੋਈ। ਇਸ ਨੇ ਜਾਣ-ਬੁੱਝ ਕੇ ਮਿੰਤੀਆਂ ਨਹੀਂ ਕਰਾਈਆਂ ਕਿ ਮੇਰੇ ਜਿਹੜੇ ਵੱਧ ਖਰਚੇ ਉਹ ਮੈਂ ਬਾਅਦ 'ਚ ਇਹ ਰੌਲਾ ਪਾ ਲਾਂਗਾ ਕਿ ਮੇਰੇ ਕੋਲ ਪੈਸੇ ਮੰਗਦੇ ਆ, ਜਿਹਦਾ ਸਬੂਤ ਮੈਂ ਮੇਰੇ ਇੱਕ GRS ਬੈਠੇ ਆ ਜੀ ਤੇ ਇੱਕ ਸੈਕਟਰੀ ਸਾਹਿਬ ਬੈਠੇ ਆ, ਇਹਨੂੰ ਇੱਕੋ ਹੀ ਗੱਲ ਆਉਂਦੀ ਹੈ, ਜਦੋਂ ਇਹ ਗਲਤ ਕੰਮ ਕਰਵਾਉਣਾ ਉਹਨਾਂ ਨੂੰ ਇਹ ਧਮਕਾ ਕੇ ਕਰਾਂਦਾ ਕਿ ਨਹੀਂ ਤੇ ਮੈਂ ਰੌਲਾ ਇਹ ਪਾਵਾਂਗਾ ਕਿ ਇਹ ਮੇਰੇ ਕੋਲ ਪੈਸੇ ਮੰਗਦੇ ਆ। ਇਸ ਬਾਰੇ ਤੁਸੀਂ ਸਾਰਿਆਂ ਤੋਂ ਵੀ ਪਤਾ ਕਰਦੇ, ਇੱਕੋ ਨੇਚਰ ਹੈ, ਹਰ ਬੰਦੇ 'ਤੇ ਇਹੀ ਕੰਪਲੇਂਟ ਲੱਗੀ ਮੇਰੇ ਤੋਂ ਪੈਸੇ ਮੰਗਦੇ। ਸੋ
मैं ये सारियां चीज़ां क्योंकि मान साहब की सरकार है, साडे मंत्री साहब का सीधा ये हुक्म है कि किसी भी बंदे नूं गबन के मसले च नहीं बख्शिया जाएगा। सो मैं चाहे कोई भी है, किस तरह भी है, जिस तरह मर्जी है, जै नजायज़ मेरे ते करी जाए, पर मैं इस इंक्वायरी की जो सच्चाई है वो सारी सामने लियावांगा तो ये खिलाफ बनती कार्रवाई करांगा। कुछ मनरेगा ਦੇ ਵਿੱਚ ਵੀ ਘਟਾਲੇ ਕੀਤੇ ਗਏ ਨੇ, ਉਹਨਾਂ ਦੀ ਜਿਹੜੀ ਕਿ ਤੁਹਾਡਾ ਇੱਕ ਗ੍ਰਾਮ ਸੇਵਕ ਜਾ ਕੇ ਦੇਖਦਾ ਆ, ਉਹਦੀ ਦੇਖ ਰੇਖ ਵਿੱਚ ਹੁੰਦਾ। ਕੁਝ ਅਧਿਕਾਰੀ ਜਿਹੜੇ ਕੋਈ ਇੱਕ ਮੈਡਮ ਹੈ ਜਿਹੜੀ ਸਕੂਲ ਟੀਚਰ ਨੇ, ਇੱਕ ਸਕੂਲ ਦੀ ਬੱਸ ਚਲਾ ਰਿਹਾ ਪਰ ਉਹਦੀ ਹਾਜ਼ਰੀ ਲੱਗਦੀ ਆ, ਕਿਤੇ ਨਾ ਕਿਤੇ ਤੁਹਾਡਾ ਡਿਪਾਰਟਮੈਂਟ ਵੀ ਇਹਦੇ ਵਿੱਚ ਹੈ। ਇਹ ਮੈਂ ਵੀ ਬੜਾ ਜੀ, ਮੈਂ ਹੁਣ ਜੋ ਡਿਟੇਲ 'ਚ ਇਨਕੁਆਇਰੀ ਕੀਤੀ ਮੈਂ ਬੜਾ ਹੈਰਾਨ ਹੋਇਆ। ਮੈਡਮ ਕੌਣ ਨੇ? ਸਰਪੰਚ ਸਾਹਿਬ ਦੀ ਇੱਕ ਸਿਸਟਰ ਹੈ, ਉਹ ਗਵਰਨਮੈਂਟ ਟੀਚਰ ਹੈ। ਔਰ ਕੁਝ ਤੱਥ ਮੇਰੇ ਔਨ ਰਿਕਾਰਡ ਧਿਆਨ 'ਚ ਆਏ ਹੈ ਕਿ ਉਹਨਾਂ ਦੇ ਖਾਤੇ 'ਚ ਵੀ ਨਰੇਗਾ ਦੀਆਂ ਦਿਹਾੜੀਆਂ ਪਾਈਆਂ ਗਈਆਂ। ਇੱਕ ਇਸ ਤੋਂ ਇਲਾਵਾ ਦੂਜੇ ਸਿਸਟਰ ਉਹਨਾਂ ਦੇ ਖਾਤੇ 'ਚ ਵੀ ਪੈਸੇ, ਇਹਨਾਂ ਦੀ ਵਾਈਫ ਦੇ ਖਾਤੇ 'ਚ ਵੀ ਨਰੇਗਾ ਦੇ ਪੈਸੇ। ਇੱਕ ਕੋਈ ਡਰਾਈਵਰ ਹੈ, ਉਹ ਉੱਥੇ ਮੌਕੇ ਤੇ ਡਰਾਈਵਰੀ ਕਰਦਾ ਬਟ ਉਹਦੇ ਖਾਤੇ 'ਚ ਵੀ ਪੈਸੇ ਪਾਏ ਗਏ ਹੈ। ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ। ਇਹਦੇ ਵਿੱਚ ਜੇ ਮੇਰਾ ਕੋਈ ਕਰਮਚਾਰੀ ਕੋਈ ਵੀ ਹੋਏਗਾ ਜਿਹਦੀ ਉਹਦੀ ਜਿੰਨੀ ਜ਼ਿੰਮੇਵਾਰੀ, ਦੇਖੋ ਇਹ 'ਚ ਕੋਈ ਦੋ ਰਾਏ ਨਹੀਂ। ਜਦੋਂ ਅਸੀਂ ਇਨਕੁਆਇਰੀ ਕੈਟਲ ਸ਼ੈਡਾਂ ਦੀ ਕੀਤੀ ਸੀ ਉਹਦੇ ਵਿੱਚ ਵੀ ਮੈਂ ਆਪਣੇ ਕਰਮਚਾਰੀਆਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਸੀ ਕਿ ਇਹ ਇਹਨਾਂ ਦੀ ਗਲਤੀ ਹੈ, ਇਹਨਾਂ ਦੇ ਖਿਲਾਫ ਕਾਰਵਾਈ ਕੀਤੀ। ਇਹਦੇ ਵਿੱਚ ਵੀ ਜੋ ਤੱਥ ਸਾਹਮਣੇ ਆਣਗੇ, ਜੇ ਕੋਈ ਕਰਮਚਾਰੀ ਦੀ ਮਿਲੀ ਭੁਗਤ ਆਏਗੀ ਤਾਂ ਉਹਦੇ ਖਿਲਾਫ ਵੀ ਬਰਾਬਰ ਕਾਰਵਾਈ ਕੀਤੀ ਜਾਵੇਗੀ। ਕਿਉਂਕਿ ਮਨਰੇਗਾ ਦੇ ਕੰਮ ਦੇ ਅਧੀਨ ਜਿਹੜੀਆਂ ਉਹਦੇ ਫੋਟੋਗ੍ਰਾਫੀ ਹੁੰਦੀ ਆ, ਜਿਹੜਾ ਸੁਪਰਵਾਈਜ਼ਰ ਉਹਦਾ ਕੰਮ ਹੁੰਦਾ ਆ, ਜਿਹੜਾ ਤੁਹਾਡਾ ਗ੍ਰਾਮ ਸੇਵਕ ਉਹ ਕਰਦਾ ਆ, ਕਿ ਉਹ ਕਿਤੇ ਨਾ ਕਿਤੇ ਉਹ ਜਿਹੜੀਆਂ ਫੋਟੋਆਂ ਖਿੱਚੀਆਂ ਗਈਆਂ ਉਹਨੂੰ ਵੀ ਕਿਤੇ ਗਬਨ ਕੀਤਾ ਗਿਆ। ਇਹਦੇ 'ਚ ਬਿਲਕੁਲ ਠੀਕ ਹੈ ਤੁਹਾਡੀ ਗੱਲ। ਜੇ ਮੇਰੇ ਸਟਾਫ ਨੂੰ ਇਹ ਵੀ ਧਿਆਨ 'ਚ ਦੇਗਾ ਕਿ ਸਾਨੂੰ ਇਹਦੇ ਵੱਲੋਂ ਬਹੁਤ ਡਰਾਇਆ ਜਾਂਦਾ ਸੀ। ਇਹ ਸੈਕਟਰੀ ਸਾਹਿਬ ਹੈ ਮੇਰੇ, ਇਹਨਾਂ ਨੇ ਹਾਰ ਕੇ ਮੈਨੂੰ ਇੱਕ ਰਿਟਨ ਐਪਲੀਕੇਸ਼ਨ ਦਿੱਤੀ ਕਿ ਇਹ ਬੰਦਾ ਮੈਨੂੰ ਜਾਇਜ਼ ਨਜਾਇਜ਼ ਫਸਾ ਸਕਦਾ ਵਾ, ਇਹ ਬੰਦੇ ਮੇਰੀ ਇੱਥੋਂ ਟਰਾਂਸਫਰ ਕੀਤੀ ਜਾਏ ਇਸ ਪੰਚਾਇਤ 'ਚੋਂ। ਇਹਦੇ ਕਰਕੇ ਇਦਾਂ ਹੀ ਕੀਤਾ। ਬਟ ਇਹਦੇ 'ਚ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਮੇਰੇ ਮੁਲਾਜ਼ਮ ਦਾ ਦੋਸ਼ ਖਤਮ ਹੋ ਜਾਂਦਾ, ਚਾਹੇ ਕੋਈ ਡਰਾਉਂਦਾ ਧਮਕਾਉਂਦਾ, ਪਰ ਜੋ ਸਾਡੀ ਮੋਰਲ ਜ਼ਿੰਮੇਵਾਰੀ ਬਣਦੀ ਹੈ ਉਹ ਸਾਨੂੰ ਨਿਭਾਉਣੀ ਬਣਦੀ ਹੈ। ਜਿੱਥੇ ਕੋਈ ਗਲਤ ਹੋ ਰਿਹਾ ਹੁੰਦਾ ਉਹ ਸਾਡੇ ਉੱਚ ਅਧਿਕਾਰੀਆਂ ਧਿਆਨ 'ਚ ਦੇਣਾ ਫਰਜ਼ ਬਣਦਾ ਹੈ। ਇਸ ਕਰਕੇ ਜੇ ਇਹਦੇ 'ਚ ਕੋਈ ਵੀ ਗਲਤੀ ਜਾਂ ਕਿਸੇ ਦੀ ਨਿਕਲੇਗੀ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ। ਤੁਹਾਨੂੰ ਕੀ ਲੱਗਦਾ ਜਿਹੜੀ ਆਡੀਓ ਵਾਇਰਲ ਕੀਤੀ ਗਈ ਹੈ, ਤੁਹਾਡੀਆਂ ਜਿਹੜੀਆਂ ਜੋ ਹਦਾਇਤਾਂ ਦੇ ਅਨੁਸਾਰ ਜਿਹੜੀਆਂ ਤੁਸੀਂ ਇਨਕੁਆਰੀਆਂ ਕੀਤੀਆਂ ਉਹਨਾਂ ਨੂੰ ਦਬਾਉਣ ਲਈ ਕੀਤੀ ਗਈ ਹੈ? ਇਹ ਅੱਜ ਵੀ ਮੈਨੂੰ ਇੱਧਰੋਂ ਉੱਧਰੋਂ ਇਹ ਮੈਸੇਜ, ਜੇ ਤੁਸੀਂ ਮੇਰੀਆਂ ਇਨਕੁਆਰੀਆਂ ਬੰਦ ਕਰ ਦਿਓ ਜਾਂ ਇੱਦਾਂ ਵੀ ਹੈ, ਪਰ ਇਹ ਮੈਨੂੰ ਜੋ ਵੀ ਹੈ ਇਹ ਐਸੇ ਕਰਕੇ ਹੀ ਮੈਨੂੰ ਬਲੈਕਮੇਲ ਕੀਤਾ ਜਾ ਰਿਹਾ, ਨਜਾਇਜ਼ ਮੇਰੀਆਂ ਕੰਪਲੇਂਟ ਕਰਕੇ ਕਿ ਮੈਂ ਇਹਦੇ ਪਿੰਡ ਦੀ ਇਨਕੁਆਰੀ ਨਹੀਂ ਕਰਾਂ। ਪਰ ਮੈਂ 100% ਇਹਦੀ ਇਨਕੁਆਰੀ ਕਰਾਂਗਾ। ਜੋ ਗਲਤ ਚੀਜ਼ਾਂ ਮੈਂ ਉਹ ਸਾਰੇ ਲੋਕਾਂ ਦੇ ਸਾਹਮਣੇ ਤੇ ਸਰਕਾਰ ਦੇ ਧਿਆਨ 'ਚ ਲਿਆਵਾਂਗਾ। ਸਰ ਮੀਰਪੁਰ ਦੇ ਜੇ ਸਰਪੰਚ ਤੇ ਕੁਝ ਮੈਂਬਰਾਂ ਤੇ ਵੀ ਇਸ ਦੀ ਕਾਰਵਾਈ ਹੋ ਸਕਦੀ ਹੈ? ਹਾਂ, ਮੈਂ ਬਿਲਕੁਲ ਜੀ, ਮੈਂ ਇਹਦੇ ਵਿੱਚ ਜਿਹੜੇ 3 ਮੈਂਬਰ ਹੈ ਉਹਨਾਂ ਦੇ ਜਿਹੜਾਂ ਦੇ ਕਾਰਵਾਈ 'ਤੇ ਸਾਈਨ ਹੁੰਦੇ ਹੋਏ ਆ ਉਹਨਾਂ ਨੂੰ ਵੀ ਮੈਂ ਤਲਬ ਕੀਤਾ ਸੀ, ਬਟ ਇਹਨੇ ਜਾਣਬੁੱਝ ਕੇ ਉਹਨਾਂ ਨੂੰ ਵੀ ਹਾਜ਼ਰ ਨਹੀਂ ਹੋਣ ਦਿੱਤਾ ਕਿ ਇਹਦੀਆਂ ਕੀਤੀਆਂ ਗਲਤੀਆਂ ਜਦੋਂ ਉਹਨਾਂ ਦੇ ਧਿਆਨ 'ਚ ਆਉਣਗੀਆਂ ਉਹ ਇਹਨੂੰ ਵੀ ਕਿੰਤੂ ਪਰੰਤੂ ਕਰਨਗੇ। ਇੱਕ ਮੈਂਬਰ ਦੀ ਨਾਲ ਹੀ ਇਨਕੁਆਇਰੀ ਚੱਲਦੀ ਵੀ ਹੈ ਕਿ ਉਹ ਇੱਕ ਉਹਨੇ ਰਿਕਾਰਡ ਪੇਸ਼ ਕੀਤਾ ਕਿ ਉਹਦੇ ਜਾਲੀ ਦਸਤਖਤ ਇਹਦੇ ਵੱਲੋਂ ਕਰਕੇ ਕਾਰਵਾਈ 'ਚ ਮਤਾ ਪਾ ਕੇ ਤੇ ਪੈਸੇ ਕਢਾਏ ਗਏ। ਉਹਦੇ ਵੀ ਅਸੀਂ ਦਸਤਖਤ ਹੁਣ ਫਲੋਰ ਅਟੈਸਟੇਸ਼ਨ ਲਈ ਭੇਜਣ ਲੱਗੇ ਹਾਂ। ਜੇ ਉਹਦੇ 'ਚ ਉਹ ਜਾਲੀ ਪਾਏ ਜਾਂਦੇ ਆ ਤੇ ਨਾਲ ਜੋ ਉਹਦੀ ਲਾਇਬਿਲਟੀ ਬਣਦੀ ਹੈ ਉਹ ਉਹਦੇ ਤੇ ਇੱਥੇ ਫਿਕਸ ਕਰਕੇ ਕਾਰਵਾਈ ਲਈ ਭੇਜਿਆ ਜਾਏਗਾ। ਇਸ ਤੋਂ ਇਲਾਵਾ ਮੈਂ ਇੱਕ ਹੋਰ ਕਿ ਜੋ ਇਹਨੇ ਮੇਰੇ ਖਿਲਾਫ ਆਡੀਓ ਕੱਟ ਪੇਸਟ ਕਰਕੇ ਬਣਾ ਕੇ ਪਾਈ ਗਈ ਉਹਦੇ ਖਿਲਾਫ ਮੈਂ IT ਐਕਟ ਦੀ ਕਾਰਵਾਈ ਲਈ ਮਾਨਯੋਗ SSP ਸਾਹਿਬ ਨੂੰ ਆਪਣੀ ਕੰਪਲੇਂਟ ਵੱਖਰੇ ਤੌਰ ਤੇ ਦੇ ਰਿਹਾ। ਜਿਹੜੀ ਤੁਹਾਡੀ ਸੋਸ਼ਲ ਮੀਡੀਆ ਦੇ ਉੱਤੇ ਵੀ ਕੁਝ ਕਲਿੱਪਸ ਵਗੈਰਾ ਪਾਈ ਗਈ ਹੈ, ਉਹਦੇ ਤੇ ਬਾਹਰ ਤੱਕ ਗੱਲਾਂ ਕੀਤੀਆਂ, ਉਹਦੇ ਸੰਬੰਧੀ ਕੀ? ਮੈਂ ਪਹਿਲਾਂ ਤਾਂ ਜਿਹੜੀ ਇਹਨੇ ਆਡੀਓ ਕਲਿੱਪ ਪਾਈ ਹੈ ਉਹਦੀ ਇਨਕੁਆਇਰੀ ਤੋਂ ਬਾਅਦ ਜੋ ਮੇਰਾ ਹੱਕ ਬਣਦਾ ਹੈ, ਇਹ ਇਨਕੁਆਇਰੀਆਂ ਹੋਣ ਤੋਂ ਬਾਅਦ ਕਿ ਮੈਂ ਤੇ ਮਾਨਹਾਨੀ ਦਾ ਦਾਅਵਾ ਪਾਵਾਂ ਔਰ ਮੈਂ ਪਾਵਾਂਗਾ ਔਰ ਜ਼ਰੂਰ ਪਾਵਾਂਗਾ। ਜੋ ਇਹਦੇ ਖਿਲਾਫ ਵੱਧ ਤੋਂ ਵੱਧ ਬਣਦੀ ਕਾਰਵਾਈ, ਜੋ ਇਹਨੇ ਮੈਨੂੰ ਪਬਲਿਕਲੀ ਇਹਨੇ ਮੇਰਾ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਮੇਰੇ ਖਿਲਾਫ ਗਲਤ ਤੇ ਪੱਦੀ ਸ਼ਬਦਾਵਲੀ ਵਰਤੀ ਗਈ ਹੈ ਇਹਦੀਆਂ ਪੋਸਟਾਂ ਦੇ ਵਿੱਚ, ਉੱਤੇ ਜੋ ਬਣਦੀ ਸਰਕਾਰ ਕਾਰਵਾਈ ਅਸੀਂ ਮੈਂ ਜ਼ਰੂਰ ਕਰਾਂਗਾ। ਮਾਮਲਾ ਇਹ ਹੈ ਜੀ ਕਿ BDPO ਦਸੂਆ ਇੱਕ ਕਰਪਟ ਬੰਦਾ ਆ। ਕੋਈ ਸਰਪੰਚ ਹੈ ਜਿਹੜਾ ਇਹਦੇ ਖਿਲਾਫ ਆਵਾਜ਼ ਉਠਾਉਂਦਾ, ਨਹੀਂ ਤਾਂ ਸਾਰਿਆਂ ਨੂੰ ਦਬਾ ਲੈਂਦਾ। ਜਿਹੜਾ ਵੀ ਇਹਦੇ ਖਿਲਾਫ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਗਬਨ ਦੇ ਕੇਸਾਂ ਵਿੱਚ, ਹੋਰਨਾਂ ਕੇਸਾਂ 'ਚ ਧਮਕੀਆਂ ਦੇ ਕੇ ਚੁੱਪ ਕਰਕੇ ਬਿਠਾ ਦਿੰਦਾ। ਕੋਈ ਸੱਚਾ ਸਰਪੰਚ ਜਾਂ ਸਾਡੇ ਵਾਂਗੂ ਜੁਝਾਰੂ ਹੋਏਗਾ ਜਿਹੜੇ ਇਹਦੇ ਖਿਲਾਫ ਹਟਦਾ। ਹੁਣ ਅਸੀਂ ਸਰਕਾਰ ਬਣਾਈ ਆਮ ਆਦਮੀ ਪਾਰਟੀ, ਭਗਵੰਤ ਮਾਨ ਜੀ ਨੇ ਨੰਬਰ ਜਾਰੀ ਕੀਤਾ 9501200200 ਕਿ ਤੁਹਾਡੇ ਕੋਲ ਕੋਈ ਕਰਪਸ਼ਨ ਕਰਦਾ ਆ, ਕੁਝ ਵੀ ਕਰਦਾ, ਉਹਦੀ ਆਡੀਓ ਵਾਇਰਲ ਕਰ ਦਿਓ, ਸਾਡੇ ਕੋਲ ਭੇਜ ਦਿਓ, ਅਸੀਂ ਉੱਤੇ ਐਕਸ਼ਨ ਲਵਾਂਗੇ। ਇਸੇ ਸਕੀਮ ਦੇ ਅਧੀਨ ਮੈਂ BDPO ਨੂੰ ਨੰਗਾ ਕਰਨਾ ਚਾਹੁੰਦਾ ਸੀ ਕਿ ਰਿਸ਼ਵਤ ਲੈਂਦਾ ਆ। ਇਹਨਾਂ ਨੇ ਪੇਮੈਂਟ ਮੇਰੇ ਕੋਲ ਮੰਗੀ ਆ, ਮੇਰਾ ਫੋਨ ਚੱਕਣਾ ਬੰਦ ਕਰ ਦਿੱਤਾ। ਤੇ ਜਦੋਂ ਗੱਲਬਾਤ ਹੋਈ ਕਹਿੰਦੇ ਸੈਕਟਰੀ ਨੂੰ ਫੜਾ ਦਿਓ। ਮੈਂ ਸੈਕਟਰੀ ਸਾਹਿਬ ਨੂੰ ਜਾ ਕੇ ਕਿਹਾ ਕਿ ਸੈਕਟਰੀ ਸਾਹਿਬ BDPO ਸਾਹਿਬ ਨੇ 30,000 ਰੁਪਈਆ ਮੰਗਿਆ ਵੀ ਦਿਓ ਮੈਨੂੰ ਗਵਨ ਕਰਨ ਵਾਸਤੇ, ਰਿਸ਼ਵਤ ਹੋ ਗਈ ਹੈ ਨਾ।
ਤੇ ਤੁਸੀਂ ਦੇ ਦਿਓ ਉਹਨਾਂ ਨੂੰ। ਉਹ ਕਹਿੰਦੇ ਜੀ ਮੈਂ ਵੀਡੀਓ ਸਾਹਿਬ ਨੂੰ ਪੁੱਛਦਾ ਪਹਿਲਾਂ। ਉਹਨਾਂ ਨੇ ਫੋਨ ਤੇ ਵੀਡੀਓ ਸਾਹਿਬ ਨੂੰ ਪੁੱਛਿਆ ਕਿ ਕੀ ਤੁਸੀਂ ਸਰਪੰਚ ਲਖਵੀਰ ਸਿੰਘ ਪਿੰਡ ਮੀਰਪੁਰ ਕੋਲ ਪੈਸੇ ਮੰਗੇ? ਉਹ ਕਹਿੰਦਾ ਹਾਂ 30,000 ਫੜ ਲੈ। ਮੈਂ ਉਹਨਾਂ ਨੂੰ ਕਿਹਾ ਮੇਰੇ ਕੋਲ ਇਸ ਵੇਲੇ 20,000 ਹੀ ਆ, ਫਿਰ 10,000 ਬਾਅਦ ਚ ਲੈ ਲਿਓ ਯਾਰ, ਮੇਰੇ ਕੋਲ ਹੈ ਨਹੀਂ। ਕਹਿੰਦੇ ਜੀ ਠੀਕ ਆ। ਫਿਰ ਉਹ ਸੀਗਾ ਜੀ ਕਿ ਮੈਨੂੰ ਨਰੇਗਾ ਦੀ ਇੱਕ ਇਨਕੁਆਇਰੀ ਪਾਲੀ ਗਈ ਮੇਰੀ ਕੰਪਲੇਂਟ ਦੇ ਉੱਤੇ ਕਿ ਮੈਂ ਇਹਨਾਂ ਦੀ ਅਫਸਰਾਂ ਦੀ ਕਰਮਚਾਰੀਆਂ ਦੀ ਕੰਪਲੇਂਟ ਕੀਤੀ ਸੀ ਡੀਸੀ ਦਫ਼ਤਰ ਨੂੰ। ਇਹ ਦਸੰਬਰ 2021 ਦੀ ਗੱਲ ਆ। ਉਸ ਦੀ ਇਨਕੁਆਇਰੀ ਕੁਝ ਨਹੀਂ ਹੋਇਆ। ਮੇਰੇ ਵਾਲੀ ਕੰਪਲੇਂਟ ਨੂੰ ਚੱਕ ਕੇ ਮੈਨੂੰ ਹੀ ਉਸ ਗਬਨ 'ਚ ਫਸਾਉਣ ਲੱਗ ਪਏ, ਜਦ ਕਿ ਕਿਤੇ ਵੀ ਮੇਰੇ ਦਸਤਖਤ ਨਹੀਂ ਹੈਗੇ, ਕਿਤੇ ਵੀ ਮੇਰੀ ਪੰਚਾਇਤ ਦਾ ਕੋਈ ਮਤਾ ਨਹੀਂ ਪਾਸ ਕੀਤਾ ਗਿਆ, ਕਿਸੇ ਤਰੀਕੇ ਨਾਲ ਕੋਈ ਅਸੀਂ ਅਟੈਂਡੈਂਸ ਨਹੀਂ ਕਿਸੇ ਦੀ ਭੇਜੀ। ਅਸੀਂ ਇਹਨਾਂ ਨੂੰ ਦੱਸਦੇ ਰਹੇ ਕਿ ਜੇਕਰ ਤੁਸੀਂ ਇਹਨਾਂ ਕੋਲ ਪੇਮੈਂਟ ਲੈਣੀ ਆ, ਰਿਸ਼ਵਤ ਲੈਣੀ, ਤਾਂ ਅਸੀਂ ਇਸ ਕੰਮ 'ਚ ਨਾਲ ਨਹੀਂ ਹੈਗੇ। BDPO ਸਾਹਿਬ ਮੇਰਾ ਘਪਲਾ ਤਾਂ ਕਹਿ ਸਕਦੇ ਆ ਜੇਕਰ ਮੈਂ ਕੁਝ ਖਾਧਾ ਹੋਵੇ ਉਹਦੇ ਵਿੱਚੋਂ, ਜਾਂ ਮੇਰੇ ਕਿਤੇ ਦਸਤਖਤ ਹੋਣ, ਜਾਂ ਮੈਂ ਕੋਈ ਉਹਨਾਂ ਨੂੰ ਉੱਦਾਂ ਦੀ ਚੀਜ਼ ਦਿੱਤੀ ਹੋਵੇ। ਉੱਦਾਂ ਤਾਂ ਕੁਝ ਨਹੀਂ ਹੈਗਾ। ਮੈਨੂੰ ਇਸ ਡਰਾ ਦੇ ਵਿੱਚ ਇਹਨਾਂ ਨੇ ਜੀ 20,000 ਰੁਪਈਆ ਮੇਰੇ ਕੋਲ ਲਿਆ। ਇਹ ਸੱਚਾਈ ਹੈ ਇਹਦੀ। ਮੈਂ ਆਡੀਓ ਵਾਇਰਲ ਇਸ ਕਰਕੇ ਕੀਤੀ ਕਿ 28 ਅਗਸਤ 2022 ਨੂੰ ਮੈਂ ਰਿਕਾਰਡਿੰਗ ਜਿਹੜੀ ਸੀਗੀ CM ਪੋਰਟਲ ਤੇ ਪਾਈ, ਕੋਈ ਕਾਰਵਾਈ ਨਹੀਂ ਹੋਈ। ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਫਿਰ ਧਾਰੀਵਾਲ ਸਾਹਿਬ ਜੀ ਮੰਤਰੀ ਪੰਜਾਬ ਉਹ ਲਾਈਵ ਹੋਏ ਸੀ ਫੇਸਬੁੱਕ ਦੇ ਉੱਤੇ, ਜਿਨ੍ਹਾਂ ਨੇ ਜਨਤਾ ਦਰਬਾਰ ਲਗਾਇਆ। ਮੈਂ ਉਹਨਾਂ ਨੂੰ ਦੱਸਿਆ ਕਿ ਤੁਹਾਡੇ ਨਾਮ ਤੇ ਉੱਚ ਅਧਿਕਾਰੀਆਂ ਦਾ ਨਾਮ ਲੈ ਕੇ ਇੱਕ BDPO ਰਿਸ਼ਵਤ ਲਈ ਜਾਂਦਾ, ਤੁਹਾਡੇ ਆਡੀਓ ਨੰਬਰ ਚੱਲਦੇ ਨਹੀਂ ਹੈਗੇ। ਦੇਖੋ ਜੀ ਅੱਜ ਪੂਰੇ 80 ਦਿਨ ਹੋ ਗਏ ਆ, ਇੱਕ ਆਡੀਓ ਮੈਂ ਦੱਸਣ ਦਿਆਂ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਆ ਚੁੱਕੀ ਆ, ਉੱਤੇ ਕੋਈ ਐਕਸ਼ਨ ਨਹੀਂ ਹੋ ਰਿਹਾ। ਕੀ ਕਾਰਨ ਹੈ? ਇਹਨਾਂ ਗੱਲਾਂ ਕਰਕੇ ਅਸੀਂ ਇਹ ਆਡੀਓ ਵਾਇਰਲ ਕੀਤੀ ਸੀ ਕਿ ਲੋਕਾਂ ਨੂੰ ਪਤਾ ਲੱਗੇ ਕਰਪਸ਼ਨ ਹੋ ਰਹੀ ਹੈ। ਅੱਜ ਇਹਨਾਂ ਨੇ ਜਿਹੜੇ BDPO ਦਸੂਆ ਹੈ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਤੁਹਾਡੇ ਤੇ ਇਲਜ਼ਾਮ ਲਾਇਆ ਵੀ ਇਹਨਾਂ ਨੇ ਮਨਰੇਗਾ ਦੇ ਵਿੱਚ, ਕੈਟਲ ਸ਼ੈੱਡਾਂ ਦੇ ਵਿੱਚ ਤੇ ਹੋਰ ਛੱਪੜ ਦੇ ਵਿੱਚ ਵੀ ਕਈ ਧਾਂਦਲੀਆਂ ਕੀਤੀਆਂ। ਉਹਦੀ ਇਨਕੁਆਇਰੀ ਚੱਲਦੀ, ਜਦ ਕਿ ਉਹਨਾਂ ਨੇ ਕਿਹਾ ਵੀ ਇਨਕੁਆਇਰੀਆਂ ਬਹੁਤ ਪੁਰਾਣੀਆਂ ਆ। ਉਹਦੇ ਬਾਰੇ ਕੀ ਕਹਿਣਾ ਜੀ? ਨਹੀਂ ਜੀ, ਕੋਈ ਇਨਕੁਆਇਰੀ ਨਹੀਂ ਹੈ। ਮੈਨੂੰ ਕੋਈ ਨੋਟਿਸ ਨਹੀਂ ਇਸ਼ੂ ਹੋਇਆ ਅਜੇ। ਐਸੇ ਮਹੀਨੇ ਦੀ 11ਵੇਂ ਮਹੀਨੇ ਦੀ 8 ਤਰੀਕ ਨੂੰ ਅਸੀਂ ਉੱਥੇ ਇਨਕੁਆਇਰੀ ਤੇ ਜਾ ਕੇ ਆਏ ਹਾਂ। DDPO ਸਾਹਿਬ ਆਪਣੇ ਨੀਰਜ ਜੀ ਹੈਗੇ ਆ ਹੁਸ਼ਿਆਰਪੁਰ, ਉਹਨਾਂ ਦੇ ਕੋਲ ਇਹ ਮੰਨੇ ਆ ਕਿ ਅਸੀਂ ਜੀ ਪੈਸੇ ਲਏ ਹੋਏ ਆ ਜੀ, ਅਸੀਂ ਫਲਾਣੇ ਕੰਮ ਨਹੀਂ ਲਏ। ਮੈਂ ਕਿਹਾ ਜੀ ਮੈਨੂੰ ਰਸੀਦਾਂ ਦੇ ਦਿਓ ਜੇ ਤੁਸੀਂ ਪੇਮੈਂਟ ਲਈ ਆ ਤਾਂ, ਪਰ ਤੁਸੀਂ ਕੈਸ਼ ਨਹੀਂ ਲੈ ਸਕਦੇ ਮੇਰੇ ਕੋਲੋਂ, ਕਿਸੇ ਹਾਲਤ ਵਿੱਚ ਵੀ ਨਹੀਂ ਲੈ ਸਕਦੇ। ਉਹਦੇ ਚੱਲਦਿਆਂ ਅੱਜ 3 ਦਿਨ ਦੇ ਬਾਅਦ ਮੈਨੂੰ ਦੁਬਾਰਾ ਇੱਕ ਮੇਰੇ ਪਿੰਡ ਦਿਆਂ ਨੂੰ ਨੋਟਿਸ ਭੇਜਤਾ ਗਿਆ, ਮੇਰੇ ਮੈਂਬਰ ਪੰਚਾਇਤਾਂ ਨੂੰ, ਕਿ ਬੜੇ ਵੱਡੇ ਪੱਧਰ ਤੇ ਘਪਲਾ ਹੋਇਆ। ਅਗਰ ਉਹ ਘਪਲਾ ਹੋਇਆ ਜਾਂ ਕਿਸੇ ਤਰੀਕੇ ਦੀ ਜਾਣਕਾਰੀ ਇਹਨਾਂ ਨੂੰ ਮਿਲੀ ਆ ਤਾਂ ਕੀ ਉਹ 2 ਦਿਨ ਦੇ ਵਿੱਚ ਹੀ ਮਿਲੀ ਆ, ਮੇਰੀ ਕੰਪਲੇਂਟ ਕਰਨ ਤੋਂ ਬਾਅਦ ਮਿਲੀ ਆ? ਜੋ ਵੀ ਪੇਮੈਂਟ ਹੁੰਦੀ ਹੈ ਉਹਦੇ ਵਿੱਚ BDPO ਸਾਹਿਬ ਦੇ ਦਸਤਖਤ ਹੋ ਕੇ ਹੀ ਉਹ ਪੇਮੈਂਟ ਹੁੰਦੀ ਹੈ। ਅੱਜ ਕੱਲ੍ਹ ਜਿਹੜੀਆਂ ਸਾਰੀਆਂ ਪੇਮੈਂਟ ਆਨਲਾਈਨ ਹੈਗੀਆਂ ਜੀ, ਸਾਡੇ ਕੋਲ ਸਿਰਫ ਮਤਾ ਪਾਇਆ ਜਾਂਦਾ ਆ, ਕਰਮਚਾਰੀ ਚੈੱਕ ਕਰਦੇ ਆ, ਸਾਰਾ ਡਿਟੇਲ ਐਸਟੀਮੇਟ ਦੇ ਕੇ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਹੀ BDPO ਦੇ ਦਸਤਖਤਾਂ ਦੇ ਨਾਲ ਪੇਮੈਂਟ ਹੁੰਦੀ ਹੈ। ਇਹਦੇ ਵਿੱਚ ਕੋਈ ਘਪਲੇਬਾਜ਼ੀ ਨਹੀਂ ਹੋਈ। ਮੇਰੇ ਤੇ ਇਲਜ਼ਾਮ ਗਲਤ ਲਗਾਏ ਜਾ ਰਹੇ ਆ। ਤੁਹਾਨੂੰ ਲੱਗਦਾ ਕਿ ਇਹ ਬਦਲਾਖੋਰੀ ਲਈ ਜਾ ਰਹੀ ਹੈ? ਬਿਲਕੁਲ ਬਦਲਾਖੋਰੀ ਹੈ ਜੀ। ਇੱਕ ਅਫਸਰ ਦੀ ਮੈਂ ਸ਼ਿਕਾਇਤ ਕਰਦਾ, ਮੈਂ ਆਡੀਓ ਦਿੰਦਾ ਆ, ਉਹੀ ਅਫਸਰ ਸ਼ਿਕਾਇਤ ਹੋਣ ਤੋਂ 2 ਦਿਨ ਬਾਅਦ ਮੇਰੇ ਖਿਲਾਫ ਰਿਪੋਰਟਾਂ ਤਿਆਰ ਕਰ ਦਿੰਦਾ। ਇਹਦੇ ਵਿੱਚ ਮੈਨੂੰ ਨੋਟਿਸ ਆਉਣਾ ਚਾਹੀਦਾ ਸੀ, ਮੇਰਾ ਪੱਖ ਸੁਣਨਾ ਜ਼ਰੂਰੀ ਚੀਜ਼ ਸੀਗਾ ਇਹਨਾਂ ਵਾਸਤੇ। ਇਹਨਾਂ ਨੇ ਕੁਝ ਨਹੀਂ ਮੈਨੂੰ ਪੁੱਛਿਆ, ਪਤਾ ਸੀ ਕਿ ਸਾਬਤ ਨਹੀਂ ਕੁਝ ਵੀ ਹੋਣਾ। ਮੈਂ ਨਿਰਦੋਸ਼ ਹਾਂ। ਜਦੋਂ ਮਰਜ਼ੀ ਇਨਕੁਆਇਰੀ ਕੀਤੀ ਜਾਵੇ, ਜਿਹੜਾ ਮਰਜ਼ੀ ਅਫਸਰ ਕਰ ਲਵੇ, ਮੈਂ ਬਿਲਕੁਲ ਨਿਰਦੋਸ਼ ਹਾਂ ਜੀ।